ਕੰਚਨ ਆਊਟਲੁੱਕ। ਪਿੰਡਾਂ ਨਗਰਾਂ ਦੇ ਵਿੱਚ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਕਈ ਲੋਕ, ਕਈ ਪਰਿਵਾਰ ਅਜਿਹੇ ਹੁੰਦੇ ਆ ਕਿਸੇ ਵੀ ਪਿੰਡ ਨਗਰ ਦੇ ਵਿੱਚ ਜਿਨ੍ਹਾਂ ਨੂੰ ਬੜੀ ਇੱਜ਼ਤ ਮਾਣ ਮਿਲਦਾ ਹੈ। ਉਹ ਪ੍ਰਫੁੱਲਤ ਹੋ ਕੇ ਉਸ ਨਗਰ ਵਿੱਚ ਵਸਦੇ ਨੇ, ਤੇ ਕਈ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਦੁਰਕਾਰਿਆ ਜਾਂਦਾ ਹੈ। ਉਹਨਾਂ ਦਾ ਰਹਿਣਾ ਨਗਰ ਦੇ ਵਿੱਚ ਔਖਾ ਹੋ ਜਾਂਦਾ ਹੈ। ਅੱਕ ਕੇ ਇੱਕ ਦਿਨ ਉਹ ਉਸ ਨਗਰ ਨੂੰ ਛੱਡ ਕੇ ਚਲੇ ਜਾਂਦੇ ਨੇ। ਸਾਡਾ ਇਹ ਸਰੀਰ ਗੁਰੂ ਅਰਜਨ ਸਾਹਿਬ ਦੇ ਕਹਿਣ ਮੁਤਾਬਿਕ ਇੱਕ ਨਗਰ ਹੈ। ਇਸ ਨਗਰ ਦੇ ਵਿੱਚ ਅਸੀਂ 5 ਜਾਣਿਆਂ ਨੂੰ ਪਨਾਹ ਦੇਣੀ ਹੈ ਤੇ 5 ਨੂੰ ਦੁਰਕਾਰਨਾ ਹੈ। ਜਿਹੜਿਆਂ ਨੂੰ ਦੁਰਕਾਰੀਏ ਉਹ ਸਾਡੇ ਇਸ ਸਰੀਰ ਨਗਰ ਨੂੰ ਛੱਡ ਕੇ ਚਲੇ ਜਾਵਣ, ਤੇ ਜਿਨ੍ਹਾਂ ਦਾ ਸਤਿਕਾਰ ਕਰੀਏ ਉਹ 5 ਸਾਡੇ ਸਰੀਰ ਨਗਰ ਦੇ ਵਿੱਚ ਆਪਣਾ ਪੱਕਾ ਡੇਰਾ ਬਣਾ ਲੈਣ। ਅੱਜ ਦੀ ਗੁਰਬਾਣੀ ਦੀ ਵਿਆਖਿਆ ਨੂੰ ਸੁਣ ਕੇ ਸਮਝ ਕੇ ਅਸੀਂ ਇਹੀ ਪ੍ਰਣ ਕਰਨਾ ਹੈ। 5 ਨੂੰ ਬਾਹਰ ਕੱਢਣਾ ਤੇ 5 ਨੂੰ ਅੰਦਰ ਲੈ ਕੇ ਆਉਣਾ ਹੈ। ਆਓ ਸ਼ੁਰੂਆਤ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 430ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ, ਤੇ ਜਾਣੀਏ ਇਹ 5 ਕਿਹੜੇ ਨੇ। ਆਸਾ ਮਹਿਲਾ ਤੀਜਾ। ਅਨ ਰਸ ਮਹਿ ਭੁਲਾਇਆ, ਬਿਨ ਨਾ ਮੈਂ ਦੁੱਖ ਪਾਏ। ਸਤਿਗੁਰ ਪੁਰਖ ਨਾ ਭੇਟਿਓ, ਜੇ ਸੱਚੀ ਬੂਝ ਬੁਝਾਈ। ਮਨੁੱਖ ਅਨ ਰਸ, ਅੰਨ੍ਯ ਪਦਾਰਥਾਂ, ਹੋਰ ਪਦਾਰਥਾਂ ਦੇ ਰਸ ਦੇ ਵਿੱਚ ਹੀ ਕੁਰਾਹੇ ਪਿਆ ਹੋਇਆ ਹੈ। ਭੁਲਾਇਆ ਜਾਣੀ ਕੁਰਾਹੇ ਪਿਆ ਹੋਇਆ ਹੈ। ਨਾਮ ਤੋਂ ਬਿਨਾਂ ਦੁੱਖ ਪਾਉਂਦਾ ਹੈ। ਸਤਿਗੁਰ ਪੁਰਖ ਨਾ ਭੇਟਿਓ ਜਾਣੀ ਸਤਿਗੁਰੂ ਉਹਨੂੰ ਨਹੀਂ ਮਿਲਦਾ। ਉਹ ਸਤਿਗੁਰੂ ਜਿਹਨੇ ਸੱਚੀ ਬੂਝ ਬੁਝਾਉਣੀ ਹੁੰਦੀ ਹੈ, ਉਹ ਸਤਿਗੁਰੂ ਜੋ ਸਾਨੂੰ ਕੋਈ ਅਕਲ ਦੀ ਗੱਲ ਦੱਸ ਸਕਦਾ ਹੈ, ਉਹ ਸਤਿਗੁਰੂ ਬਹੁਤੇ ਮਨੁੱਖਾਂ ਨੂੰ ਨਹੀਂ ਮਿਲਦਾ। ਤੇ ਨਾ ਮਿਲਣ ਕਰਕੇ ਹੀ ਉਹ ਨਾਮ ਨਹੀਂ ਹਾਸਲ ਕਰ ਪਾਉਂਦੇ, ਦੁੱਖ ਪਾ ਲੈਂਦੇ ਨੇ ਤੇ ਅਨ ਰਸ ਦੇ ਵਿੱਚ ਕੁਰਾਹੇ ਪਏ ਰਹਿੰਦੇ ਨੇ। ਇਹ ਮਨ ਮੇਰੇ ਬਾਵਲੇ, ਹਰ ਰਸ ਚਖ ਸਾਧ ਪਾਏ। ਅਨ ਰਸ ਲਾਗਾ ਤੂੰ ਫਿਰੈ, ਬਿਰਥਾ ਜਨਮ ਗਵਾਏ। ਰਹਾਓ, ਇਹ ਮੇਰੇ ਝੱਲੇ ਮਨ, ਪਰਮਾਤਮਾ ਦੇ ਨਾਮ ਦਾ ਰਸ ਚੱਖ, ਪਰਮਾਤਮਾ ਦੇ ਨਾਮ ਦਾ ਸਵਾਦ ਲੈ। ਤੂੰ ਆਪਣਾ ਜੀਵਨ ਵਿਅਰਥ ਗਵਾ ਗਵਾ ਕੇ ਹੋਰ ਪਦਾਰਥਾਂ ਦੇ ਸਵਾਦ ਵਿੱਚ ਫਸਿਆ ਹੋਇਆ ਭਟਕ ਰਿਹਾ ਹੈ। ਇਸ ਜੁਗ ਮਹਿ ਗੁਰਮੁਖ ਨਿਰਮਲੇ, ਸਚ ਨਾਮ ਰਹਿ ਲਿਵ ਲਾਏ। ਬਿਨ ਕਰਮਾ ਕਿਛ ਪਾਈਐ ਨਹੀਂ, ਕਿਆ ਕਰ ਕਹਿਆ ਜਾਏ। ਇਹ ਭਾਈ, ਦੁਨੀਆ ਵਿੱਚ ਉਹੀ ਮਨੁੱਖ ਪਵਿੱਤਰ ਜੀਵਨ ਵਾਲੇ ਹੁੰਦੇ ਹਨ, ਨਿਰਮਲ ਹੁੰਦੇ ਹਨ, ਜਿਹੜੇ ਗੁਰੂ ਦੀ ਸ਼ਰਨ ਪਏ ਰਹਿੰਦੇ ਹਨ। ਇਸ ਯੁੱਗ ਮਹਿ ਗੁਰਮੁਖ ਨਿਰਮਲੇ, ਜੋ ਗੁਰੂ ਦੀ ਸ਼ਰਨ ਪਏ ਰਹਿੰਦੇ ਹਨ, ਉਹ ਪਵਿੱਤਰ ਜੀਵਨ ਵਾਲੇ ਹੁੰਦੇ ਹਨ। ਉਹ ਸਦਾ ਥਿਰ ਹਰੀ ਵਿੱਚ ਸੁਰਤ ਜੋੜ ਕੇ ਉਸ ਦੇ ਨਾਮ ਵਿੱਚ ਲੀਨ ਰਹਿੰਦੇ ਹਨ। ਪਰ ਗੁਰੂ ਸਾਹਿਬ ਕਹਿੰਦੇ ਕਿਆ ਕਰ ਕਹਿਆ ਜਾਏ, ਕਹਿੰਦੇ ਕੀ ਆਖਿਆ ਜਾਏ। ਅਸੀਂ ਕੀ ਹੀ ਕਹਿ ਸਕਦੇ ਹਾਂ, ਸਾਡੀ ਜੁਰਤ ਹੀ ਕੀ ਹੈ। ਵਿਣ ਕਰਮਾ ਕਿਛ ਪਾਈਆ ਨਹੀਂ, ਪ੍ਰਭੂ ਦੀ ਬਖਸ਼ਿਸ਼ ਤੋਂ ਬਿਨਾਂ ਕੁਝ ਨਹੀਂ ਮਿਲਦਾ, ਕਰਮਾਂ ਤੋਂ ਬਿਨਾਂ ਕੁਝ ਨਹੀਂ ਮਿਲਦਾ। ਮੇਰਾ ਖਿਆਲ ਹੈ ਇਸ ਵਿਸ਼ੇ 'ਤੇ ਥੋੜ੍ਹੀ ਜਿਹੀ ਗੱਲ ਕਰ ਲੈਣੀ ਚਾਹੀਦੀ ਹੈ। ਅੱਜ ਕੱਲ੍ਹ ਵਿਗਿਆਨਕ ਜ਼ਮਾਨਾ ਹੈ, ਤਾਂ ਅਸੀਂ ਅਕਸਰ ਹੀ ਇਹ ਕਹਿ ਦਿੰਦੇ ਹਾਂ ਕਿ ਬੰਦਾ ਚਾਹਵੇ ਤਾਂ ਕੁਝ ਵੀ ਹਾਸਲ ਕਰ ਸਕਦਾ ਹੈ। ਕਿ ਇਹ ਕਿਸਮਤ, ਇਹ ਕਰਮ, ਇਹ ਜਿਹੜੇ ਕਨਸੈਪਟ ਹੈ, ਇਹ ਪੁਰਾਣੇ ਹੋ ਚੁੱਕੇ ਆ, ਪੁਰਾਣੇ ਜ਼ਮਾਨਿਆਂ ਦੇ ਕਨਸੈਪਟ ਹੈ। ਪਰ ਸਾਡਾ ਖਿਆਲ ਹੈ ਕਿ ਇਹ ਵਾਲੇ ਜੋ ਕਨਸੈਪਟ ਹਨ, ਸੰਕਲਪ ਹਨ, ਇਹ ਪੈਦਾ ਬੇਸ਼ੱਕ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਹੋਏ ਹੋਣ, ਪਰ ਇਹ ਅੱਜ ਵੀ ਉਨੇ ਹੀ ਢੁਕਵੇਂ ਨੇ। ਬੰਦਾ ਚਾਹਵੇ, ਅਸੀਂ ਮੰਨਦੇ ਹਾਂ, ਬੰਦਾ ਚਾਹਵੇ ਤੇ ਕੁਝ ਵੀ ਹਾਸਲ ਕਰ ਸਕਦਾ ਹੈ। ਪਰ ਜੇ ਚਾਹਵੇ, ਹੁਣ ਜਿਹੜਾ ਉਹਨੇ ਚਾਹਣਾ ਹੈ ਜਾਂ ਨਹੀਂ ਚਾਹਣਾ ਹੈ, ਇਹ ਉਹਦੇ ਆਪਣੇ ਹੱਥ ਵਿੱਚ ਨਹੀਂ। ਤੇ ਇੱਥੇ ਕਰਮਾਂ ਦੀ ਖੇਡ ਆ ਜਾਂਦੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜੇਕਰ ਕੋਈ ਬੱਚਾ ਚਾਹੇ ਕਿ ਉਹਨੇ ਡਾਕਟਰ ਬਣਨਾ, ਉਹਨੇ ਇੰਜੀਨੀਅਰ ਬਣਨਾ, ਉਹਨੇ ਕੋਈ ਚੰਗਾ ਐਥਲੀਟ ਬਣਨਾ, ਬਣ ਸਕਦਾ ਹੈ। ਮਿਹਨਤ ਕਰੇਗਾ, ਬਣ ਜਾਏਗਾ। ਪਰ ਇਹ ਜੋ ਚਾਹਣਾ ਹੈ, ਕੁਝ ਬੱਚੇ ਚਾਹੁੰਦੇ ਨੇ, ਮਿਹਨਤ ਕਰਦੇ ਨੇ, ਉਸ ਚੀਜ਼ ਨੂੰ ਹਾਸਲ ਕਰ ਲੈਂਦੇ ਨੇ। ਕੁਝ ਚਾਹੁੰਦੇ ਹੀ ਨਹੀਂ ਤੇ ਮਿਹਨਤ ਵੀ ਨਹੀਂ ਕਰਦੇ ਤੇ ਹਾਸਲ ਵੀ ਨਹੀਂ ਕਰਦੇ। ਇਹ ਜੋ ਚਾਹਤ ਹੈ, ਇਹ ਸਾਡੇ ਹੱਥ ਵੱਸ ਨਹੀਂ ਕਿ ਸਾਡੇ ਮਨ ਦੇ ਵਿੱਚ ਕੀ ਹਾਸਲ ਕਰਨ ਦੀ ਚਾਹਤ ਪੈਦਾ ਹੋਣੀ ਹੈ, ਕਿਹੜੇ ਪਾਸੇ ਨੂੰ ਅਸੀਂ ਜਾਣਾ, ਕਿਹੜੇ ਰਸਤੇ 'ਤੇ ਅਸੀਂ ਚੱਲਣਾ ਹੈ।
ਇਹ ਸਾਡੇ ਹੱਥ 'ਚ ਨਹੀਂ। ਇਹ ਖੇਡ ਕਰਮਾਂ ਦੀ ਆ ਜਾਂਦੀ ਹੈ। ਜੇ ਧਾਰਮਿਕ ਪਾਸੇ ਵੱਲ ਨੂੰ ਵੀ ਮੁੜੀਏ ਤੇ ਅਸੀਂ ਕਹੀਏ ਕਿ ਗੁਰੂ ਦੇ ਲੜ ਲੱਗਣਾ ਬੰਦੇ ਦੇ ਹੱਥ 'ਚ ਹੈ, ਤਾਂ ਇਹ ਗਲਤ ਹੈ। ਸਾਡੇ ਹੱਥ 'ਚ ਨਹੀਂ। ਬਥੇਰੇ ਮਨੁੱਖ ਨੇ ਜੋ ਗੁਰੂ ਦੇ ਲੜ ਲੱਗਦੇ ਨੇ, ਬਥੇਰੇ ਨੇ ਜੋ ਨਹੀਂ ਲੱਗਦੇ। ਸਮਰੱਥਾ ਦੋਨਾਂ 'ਚ ਹੀ ਹੈ, ਪਰ ਚਾਹਤ ਅੱਧਿਆਂ 'ਚ ਜਿਹੜੇ ਗੁਰੂ ਦੇ ਲੜ ਲੱਗਦੀ ਹੈ। ਤੇ ਉਹ ਚਾਹਤ ਜਿਹੜੀ ਹੈ ਉਹ ਕੋਈ ਵੀ ਮਨੁੱਖ ਕਿਸੇ ਦੂਸਰੇ 'ਚ ਉਤਪੰਨ ਨਹੀਂ ਕਰ ਸਕਦਾ, ਨਾ ਹੀ ਉਹ ਚਾਹਤ ਕੋਈ ਇਨਸਾਨ ਆਪਣੇ ਵਿੱਚ ਆਪਣੇ ਆਪ ਤੋਂ ਪੈਦਾ ਕਰ ਸਕਦਾ ਹੈ। ਉਹ ਚਾਹਤ ਪਰਮਾਤਮਾ ਹੀ ਪੈਦਾ ਕਰ ਸਕਦਾ ਹੈ। ਜੇ ਸਾਡੇ ਕਰਮਾਂ ਦੇ ਵਿੱਚ ਪਰਮਾਤਮਾ ਵੱਲੋਂ ਉਹ ਚਾਹਤ ਲਿਖੀ ਹੈ ਤਾਂ ਸਾਨੂੰ ਮਿਲੇਗੀ। ਅਸੀਂ ਉਸ ਰਸਤੇ 'ਤੇ ਚੱਲਾਂਗੇ, ਮਿਹਨਤ ਕਰਾਂਗੇ, ਜੋ ਵੀ ਉਸ ਰਸਤੇ ਦੀ ਮੰਜ਼ਿਲ ਹੈ ਉਹ ਹਾਸਲ ਵੀ ਕਰ ਲਵਾਂਗੇ। ਪਰ ਉਹ ਚਾਹਤ ਜਿਹੜੀ ਆ ਉਹ ਸਾਡੇ ਅੰਦਰ ਪ੍ਰਭੂ ਨੇ ਹੀ ਪੈਦਾ ਕਰਨੀ ਹੈ, ਤੇ ਇਸ ਪ੍ਰਕਿਰਿਆ ਨੂੰ ਕੋਈ ਵੀ ਇਨਸਾਨ ਪ੍ਰਭਾਵਿਤ ਨਹੀਂ ਕਰ ਸਕਦਾ। ਤੇ ਇੱਥੇ ਹੀ ਇਸੇ ਹੀ ਗੱਲ ਦੇ ਵਿੱਚੋਂ ਜਿਹੜਾ ਮਨੁੱਖਤਾ ਦੇ ਵਿੱਚ ਇੰਨਾ ਜ਼ਿਆਦਾ ਵਖਰੇਵਾਂ ਹੈ ਉਹਦਾ ਸਾਨੂੰ ਉੱਤਰ ਮਿਲ ਜਾਂਦਾ ਹੈ। ਕੋਈ ਕਿਸੇ ਰਸਤੇ 'ਤੇ ਚੱਲਿਆ, ਕੋਈ ਕਿਸੇ ਰਸਤੇ 'ਤੇ ਚੱਲਿਆ, ਕਿਉਂਕਿ ਹਰ ਇੱਕ ਦੇ ਆਪਣੇ ਕਰਮ ਨੇ। ਹਰ ਇੱਕ ਦੇ ਅੰਦਰ ਵੱਖਰੇ ਪ੍ਰਕਾਰ ਦੀਆਂ ਚਾਹਤਾਂ ਉਸ ਪਰਮਾਤਮਾ ਨੇ ਪਾਈਆਂ ਨੇ। ਆਪ ਪਛਾਣੈ ਸ਼ਬਦ ਮਰੈ, ਮਨੋ ਤਜ ਵਿਕਾਰ, ਗੁਰ ਸ਼ਰਨਾਈ ਭਜ ਪਏ, ਬਖਸ਼ੇ ਬਖਸ਼ਣਹਾਰ। ਜਿਨ੍ਹਾਂ ਉੱਤੇ ਬਖਸ਼ਿਸ਼ ਹੁੰਦੀ ਹੈ ਉਹ ਆਪਣਾ ਜੀਵਨ ਪੜਤਾਲਦੇ ਹਨ, ਆਪਣੇ ਆਪੇ ਦੀ ਪਛਾਣ ਕਰਦੇ ਹਨ। ਗੁਰ ਸ਼ਬਦ ਦੇ ਰਾਹੀਂ ਮਨ ਵਿੱਚੋਂ ਵਿਕਾਰ ਦੂਰ ਕਰਕੇ ਅਨ ਰਸਾਂ ਵੱਲੋਂ ਨਿਰਲੇਪ ਹੋ ਜਾਂਦੇ ਹਨ। ਉਹ ਗੁਰੂ ਦੀ ਸ਼ਰਨ ਹੀ ਪਏ ਰਹਿੰਦੇ ਹਨ। ਬਖਸ਼ਿਸ਼ਾਂ ਕਰਨ ਵਾਲਾ ਬਖਸ਼ਿੰਦ ਹਰੀ ਉਹਨਾਂ ਉੱਤੇ ਬਖਸ਼ਿਸ਼ ਕਰਦਾ ਹੈ। ਬਿਨ ਨਾਵੈ ਸੁਖ ਨਾ ਪਾਈਐ, ਨਾ ਦੁੱਖ ਵਿੱਚੋਂ ਜਾਏ, ਇਹ ਜਗ ਮਾਇਆ ਮੋਹ ਵਿਆਪਿਆ, ਦੂਜੈ ਭਰਮ ਭੁਲਾਏ। ਹਰੀ ਨਾਮ ਤੋਂ ਬਿਨਾਂ ਸੁੱਖ ਮਿਲਦਾ ਨਹੀਂ ਤੇ ਦੁੱਖ ਕਲੇਸ਼ ਸਾਡੇ ਅੰਦਰੋਂ ਦੂਰ ਹੁੰਦਾ ਨਹੀਂ, ਪਰ ਇਹ ਜਗਤ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ। ਨਾਮ ਭੁੱਲ ਕੇ ਮਾਇਆ ਦੀ ਭਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਤੇ ਇਹ ਗੱਲ ਅਸੀਂ ਚੇਤੇ ਦੇ ਵਿੱਚ ਰੱਖੀਏ। ਜਿੱਥੇ ਵੀ ਗੁਰਬਾਣੀ ਦੀਆਂ ਅਸੀਂ ਪੰਕਤੀਆਂ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਗਤ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹੈ। ਕਈ ਸੱਜਣ ਸਵਾਲ ਕਰਦੇ ਨੇ ਕਿ ਫਿਰ ਜਗਤ ਨੂੰ ਦੋਸ਼ ਕਿਉਂ, ਜਦ ਸਭ ਕੁਝ ਪ੍ਰਮਾਤਮਾ ਹੀ ਕਰਦਾ ਹੈ। ਤਾਂ ਇਹ ਗੱਲ ਚੇਤੇ ਰੱਖੀਏ, ਇੱਥੇ ਜਗਤ ਨੂੰ ਦੋਸ਼ ਨਹੀਂ ਦਿੱਤਾ ਜਾ ਰਿਹਾ, ਇੱਕ ਜੋ ਸੱਚ ਹੈ ਉਹਨੂੰ ਬਿਆਨ ਕੀਤਾ ਜਾ ਰਿਹਾ ਹੈ। ਇੱਥੇ ਇਹ ਤੇ ਨਹੀਂ ਕਿਹਾ ਗਿਆ ਕਿ ਜਗਤ ਦਾ ਇਹਦੇ ਵਿੱਚ ਕਸੂਰ ਹੈ ਕਿ ਉਹ ਮਾਇਆ ਦੇ ਮੋਹ 'ਚ ਫਸਿਆ ਹੋਇਆ ਹੈ। ਸਿਰਫ ਦੱਸਿਆ ਗਿਆ ਹੈ ਕਿ ਜਗਤ ਮਾਇਆ ਦੇ ਮੋਹ ਵਿੱਚ ਫਸਿਆ ਗਿਆ ਹੈ। ਤੇ ਇਸ ਗੱਲ ਨੂੰ ਜੇ ਕੋਈ ਝੁਠਲਾ ਦੇਵੇ ਫਿਰ ਤੇ ਗੱਲ ਹੈ। ਝੁਠਲਾ ਕੋਈ ਸਕਦਾ ਨਹੀਂ। ਸਭਨਾਂ ਨੂੰ ਪਤਾ ਹੈ ਕਿ ਸਭ ਹੀ ਮਾਇਆ ਦੇ ਮੋਹ ਵਿੱਚ ਫਸੇ ਹੋਏ ਨੇ। ਜਿਹੜੇ ਗੁਰੂ ਦੇ ਲੜ ਲੱਗ ਗਏ ਉਹ ਇਸ ਮੋਹ ਤੋਂ ਕੁਝ ਹੱਦ ਤੱਕ ਬਚ ਗਏ। ਉਹਨਾਂ ਨੂੰ ਨਹੀਂ ਫਰਕ ਪੈਂਦਾ ਕਿ ਉਹਨਾਂ ਦੇ ਜੀਵਨ ਵਿੱਚ ਕੀ ਕੀ ਘਟਨਾਵਾਂ ਹੋਈ ਜਾ ਰਹੀਆਂ ਨੇ, ਕੀ ਉਹਨਾਂ ਨੂੰ ਮਿਲ ਰਿਹਾ ਹੈ, ਕੀ ਉਹਨਾਂ ਵੱਲੋਂ ਉਹਨਾਂ ਕੋਲੋਂ ਖੁੱਸ ਰਿਹਾ ਹੈ। ਨਹੀਂ ਫਰਕ ਪੈਂਦਾ ਉਹਨਾਂ ਨੂੰ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਕੁਝ ਮਿਲ ਨਹੀਂ ਰਿਹਾ ਜਾਂ ਉਹਨਾਂ ਤੋਂ ਕੁਝ ਖੁੱਸ ਨਹੀਂ ਰਿਹਾ। ਮੋਹ ਤੋਂ ਬਚ ਲੈਣਾ ਭਾਵ ਨਾ ਮਿਲੇ ਤੇ ਬਹੁਤਾ ਉਛਲਣਾ ਤੇ ਨਾ ਹੀ ਖੁੱਸੇ ਤੇ ਬਹੁਤਾ ਦੁਖੀ ਹੋਣਾ। ਪਰ ਬਹੁਤਾ ਜਗਤ ਕੁਝ ਮਿਲ ਜਾਏ ਤੇ ਖੁਸ਼ੀ ਨਾਲ ਉਛਲਦਾ ਵੀ ਜ਼ਰੂਰ ਹੈ, ਕੁਝ ਖੁੱਸ ਜਾਏ ਤੇ ਦੁੱਖ ਨਾਲ ਢਹਿ ਢੇਰੀ ਵੀ ਹੋ ਜਾਂਦਾ ਹੈ। ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹੈ। ਇਸ ਗੱਲ ਨੂੰ ਅਸੀਂ ਝੁਠਲਾ ਨਹੀਂ ਸਕਦੇ। ਇਹੀ ਸੱਚ ਗੁਰੂ ਸਾਹਿਬ ਨੇ ਇੱਥੇ ਬਿਆਨ ਕੀਤਾ ਹੈ। ਜਗਤ ਨੂੰ ਦੋਸ਼ ਨਹੀਂ ਦਿੱਤਾ। ਤੇ ਅਕਸਰ ਹੀ ਗੁਰਬਾਣੀ ਦੇ ਵਿੱਚ ਜਿੱਥੇ ਕਿਤੇ ਵੀ ਇੰਜ ਦੀ ਗੱਲ ਆਉਂਦੀ ਹੈ ਕਿ ਇਹ ਜਗ ਮਾਇਆ ਮੋਹੇ ਵਿਆਪਿਆ, ਦੂਜਾ ਭਰਮ ਭੁਲਾਏ, ਅੱਗੇ ਚੱਲ ਕੇ ਇਹ ਗੱਲ ਵੀ ਆਉਂਦੀ ਹੈ ਕਿ ਇਹਦੇ 'ਚ ਜਗਤ ਦਾ ਕਸੂਰ ਕੋਈ ਨਹੀਂ, ਪਰਮਾਤਮਾ ਨੇ ਹੀ ਇਹਨੂੰ ਮਾਇਆ ਦੇ ਮੋਹ ਵਿੱਚ ਭੁਲਾਇਆ ਹੋਇਆ ਹੈ। ਦੁਹਾਗਣੀ ਪਿਰਕੀ ਸਾਰ ਨਾ ਜਾਣੀ, ਕਿਆ ਕਰ ਕਰੈ ਸ਼ਿੰਗਾਰ, ਅਨਦਨ ਸਦਾ ਜਲਦੀਆਂ ਫਿਰੈ, ਸੇਜੈ ਰਵੈ ਨਾ ਪਤਾਰ। ਨਾਮਹੀਨ ਜੀਵ ਇਸਤਰੀਆਂ ਇਵੇਂ ਹੀ ਹਨ, ਜਿਵੇਂ ਦੁਹਾਗਣਾ ਛੁੱਟੜਾਂ ਆਪਣੇ ਪਤੀ ਦੇ ਮਿਲਾਪ ਦੀ ਕਦਰ ਨਹੀਂ ਜਾਣਦੀਆਂ, ਵਿਅਰਥ ਹੀ ਸਰੀਰਕ ਸ਼ਿੰਗਾਰ ਕਰਦੀਆਂ ਹਨ। ਹਰ ਵੇਲੇ ਸਦਾ ਹੀ ਅੰਦਰੇ ਅੰਦਰ ਸੜਦੀਆਂ ਫਿਰਦੀਆਂ ਹਨ। ਖਸਮ ਕਦੇ ਸੇਜ ਉੱਤੇ ਆਉਂਦਾ ਹੀ ਨਹੀਂ, ਕਿਉਂਕਿ ਸਾਰਾ ਜ਼ੋਰ ਉਹਨਾਂ ਨੇ ਸਰੀਰਕ ਸ਼ਿੰਗਾਰ 'ਤੇ ਲਗਾ ਦਿੱਤਾ, ਆਤਮਿਕ ਸ਼ਿੰਗਾਰ
ਕੀਤਾ ਨਹੀਂ। ਸੁਹਾਗਣੀ ਮਹਿਲ ਪਾਇਆ ਵਿੱਚੋਂ ਆਪ ਗਵਾਈ, ਗੁਰ ਸ਼ਬਦੀ ਸ਼ਿੰਗਾਰੀਆਂ ਆਪਣੇ ਸ਼ਹਿ ਲਈਆਂ ਮਿਲਾਈ। ਤੇ ਜੋ ਭਾਗਾਂ ਵਾਲੀਆਂ ਜੀਵ ਇਸਤਰੀਆਂ ਹਨ, ਉਹਨਾਂ ਨੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਪ੍ਰਭੂ ਪਤੀ ਦੇ ਚਰਨਾਂ ਵਿੱਚ ਥਾਂ ਲੱਭ ਲਈ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਆਪਣਾ ਜੀਵਨ ਸੋਹਣਾ ਬਣਾਉਂਦੀਆਂ ਹਨ। ਖਸਮ ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ। ਮਰਨਾ ਮਨੋਂ ਵਿਸਾਰਿਆ, ਮਾਇਆ ਮੋਹ ਗੁਬਾਰ, ਮਨਮੁਖ ਮਰ ਮਰ ਜੰਮੈ, ਭੀ ਮਰੈ ਜਮਦਰ ਹੋਏ ਖੁਆਰ। ਇਹ ਭਾਈ, ਮਾਇਆ ਦਾ ਮੋਹ ਘੁੱਪ ਹਨੇਰਾ ਹੈ। ਇਸ ਵਿੱਚ ਫਸ ਕੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਜੋ ਮਨਮੁਖ ਹਨ, ਉਹ ਮੌਤ ਨੂੰ ਮਨ ਤੋਂ ਭੁਲਾ ਦਿੰਦੇ ਹਨ। ਹੁਣ ਇੱਥੇ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਮੌਤ ਨੂੰ ਚੇਤੇ ਦੇ ਵਿੱਚ ਰੱਖ ਕੇ ਤੇ ਝੁਰਦੇ ਰਹੀਏ ਕਿ ਹਾਏ ਮਰ ਜਾਣਾ ਹੈ। ਨਹੀਂ, ਮੌਤ ਨੂੰ ਚੇਤੇ ਦੇ ਵਿੱਚ ਰੱਖਣਾ ਇਹਦਾ ਭਾਵ ਹੈ ਕਿ ਅਸੀਂ ਫਿਰ ਔਕਾਤ ਦੇ ਵਿੱਚ ਰਹੀਏ, ਬਹੁਤਾ ਉੱਡੀਏ ਨਾ, ਤੇ ਜੋ ਸਾਡੇ ਵਿੱਚ ਬਹੁਤ ਜ਼ਿਆਦਾ ਧਨ ਦੌਲਤ ਪ੍ਰਸ਼ੰਸਾ ਇਕੱਠੀ ਕਰਨ ਦੀ ਹੋੜ ਹੁੰਦੀ ਹੈ, ਉਹਦੇ ਤੋਂ ਅਸੀਂ ਬਚ ਜਾਈਏ। ਧਿਆਨ ਦੇ ਵਿੱਚ ਰੱਖੀਏ ਕਿ ਅਸੀਂ ਜਾਣਾ ਹੈ, ਅਸੀਂ ਮਰ ਜਾਣਾ ਹੈ, ਅਸੀਂ ਇਹ ਸਭ ਕੁਝ ਜੋ ਇਕੱਠਾ ਕਰਦੇ ਪਏ ਹਾਂ ਇਹਨੂੰ ਛੱਡ ਕੇ ਜਾਣਾ ਹੈ, ਤਾਂ ਕਾਹਦੇ ਲਈ ਇਕੱਠਾ ਕਰਦੇ ਹਾਂ? ਇਸ ਪੱਖ ਤੋਂ ਮੌਤ ਸਾਡੇ ਚੇਤੇ ਦੇ ਵਿੱਚ ਰਹਿਣੀ ਜ਼ਰੂਰੀ ਹੈ। ਪਰ ਅਕਸਰ ਹੀ ਮਨੁੱਖ ਜੋ ਹੈ, ਮਨਮੁਖ ਹੈ, ਮੌਤ ਨੂੰ ਭੁਲਾ ਕੇ ਹੀ ਚੱਲਦਾ ਹੈ। ਇੰਝ ਹੀ ਸੋਚ ਕੇ ਚੱਲਦਾ ਹੈ ਕਿ ਉਹ ਅਮਰ ਹੈ, ਉਹਨੇ ਕਦੇ ਮਰਨਾ ਹੀ ਨਹੀਂ, ਤੇ ਮੌਤ ਦਾ ਕੋਈ ਭਰੋਸਾ ਨਹੀਂ ਕਦੋਂ ਆ ਜਾਵੇ, ਕਿੱਥੇ ਆ ਜਾਵੇ, ਕਿਵੇਂ ਆ ਜਾਵੇ। ਦੂਸਰੀ ਗੱਲ ਇਹ ਵੀ ਹੈ ਕਿ ਮਨਮੁਖ ਮਰ ਮਰ ਜੰਮੈ, ਭੀ ਮਰੈ ਜਮਦਰ ਹੋਏ ਖੁਆਰ। ਸਰੀਰਕ ਤੌਰ ਤੇ ਮੌਤ ਉਹਨਾਂ ਦੇ ਚੇਤਿਆਂ ਦੇ ਵਿੱਚ ਬੇਸ਼ੱਕ ਨਹੀਂ ਹੁੰਦੀ, ਪਰ ਆਤਮਿਕ ਮੌਤ ਤੇ ਮਰ ਕੇ ਜੰਮਣ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਨੇ। ਮਨੁੱਖ ਹੈ, ਹਸੂ ਹਸੂ ਕਰਦਾ ਫਿਰਦਾ, ਕੋਈ ਜ਼ਰਾ ਜਿਹਾ ਉਹਨੂੰ ਕਿਸੇ ਵੀ ਗੱਲ ਤੇ ਟੋਕ ਜਾਵੇ ਜਾਂ ਉਹਦੇ ਵਿੱਚ ਇੱਥੋਂ ਤੱਕ ਕਿ ਉਹਦੇ ਪਹਿਰਾਵੇ ਦੇ ਵਿੱਚ ਵੀ ਕੋਈ ਘਾਟਵਾਦ ਹੋਵੇ, ਉਹ ਉਹਨੂੰ ਦੱਸ ਜਾਵੇ, ਇੰਨੀ ਕੁ ਗੱਲ ਤੇ ਵੀ ਦੁਖੀ ਹੋ ਜਾਂਦਾ, ਉਖੜ ਜਾਂਦਾ। ਹਸੂ ਹਸੂ ਜਿਹੜਾ ਕਰਦਾ ਸੀ, ਉਹਦੇ ਅੰਦਰ ਇੱਕਦਮ ਤੋਂ ਨਾ ਪੱਖੀ ਭਾਵਨਾਵਾਂ ਪ੍ਰਬਲ ਹੋ ਜਾਂਦੀਆਂ। ਉਹਨੂੰ ਲੱਗਣ ਲੱਗਦਾ ਹੈ ਕਿ ਇਹ ਕੌਣ ਹੈ ਮੇਰੇ ਦੇ ਵਿੱਚ ਕਮੀਆਂ ਕੱਢਣ ਵਾਲਾ, ਇਹ ਮੈਨੂੰ ਕਿਉਂ ਦੱਸ ਗਿਆ, ਮੇਰਾ ਪਹਿਰਾਵਾ ਠੀਕ ਨਹੀਂ ਜਾਂ ਕੁਝ ਵੀ। ਉਹ ਆਤਮਿਕ ਮੌਤ ਹੁੰਦੀ ਹੈ ਜਦੋਂ ਅਸੀਂ ਦੁਖੀ ਹੋ ਜਾਂਦੇ ਹਾਂ। ਸੋ ਜੋ ਮਨਮੁਖ ਸਰੀਰਕ ਮੌਤ ਨੂੰ ਚੇਤੇ 'ਚ ਨਹੀਂ ਲਿਆਉਂਦਾ, ਆਤਮਿਕ ਮੌਤੇ ਤੇ ਉਹ ਦਿਨ 'ਚ ਪਤਾ ਨਹੀਂ ਕਿੰਨੇ ਕੁ ਵਾਰ ਮਰਦਾ ਹੈ। ਫਿਰ ਕੋਈ ਖੁਸ਼ੀ ਵਾਲੀ ਗੱਲ ਆ ਜਾਂਦੀ ਹੈ, ਕੋਈ ਥੋੜ੍ਹੀ ਜਿਹੀ ਤਾਰੀਫ ਕਰ ਜਾਵੇ ਫਿਰ ਜੰਮ ਉੱਠਦਾ ਹੈ, ਕੋਈ ਨੁਕਤਾਚੀਨੀ ਕਰ ਜਾਵੇ ਫਿਰ ਮਰ ਜਾਂਦਾ ਹੈ, ਫਿਰ ਕਿਤੋਂ ਕੋਈ ਚੰਗਾ ਸੁਨੇਹਾ ਮਿਲ ਜਾਵੇ ਤੇ ਫਿਰ ਜੰਮ ਉੱਠਦਾ। ਇੰਝ ਹੀ ਜਨਮ ਮਰਨ ਦੇ ਗੇੜ 'ਚ ਪਿਆ ਰਹਿੰਦਾ ਹੈ ਤੇ ਜੰਮ ਦੇ ਦਰ ਤੇ ਖੁਆਰ ਹੁੰਦਾ ਰਹਿੰਦਾ ਹੈ। ਪਰ ਜਿਹੜੇ ਗੁਰਮੁਖ ਨੇ ਉਹ ਸਰੀਰਕ ਮੌਤ ਨੂੰ ਸਦਾ ਚੇਤੇ 'ਚ ਰੱਖਦੇ, ਤੇ ਜਿਹੜੀ ਆਤਮਿਕ ਮੌਤ ਹੈ ਇਹ ਉਹਨਾਂ ਨੂੰ ਨਹੀਂ ਆਉਂਦੀ। ਉਹਨਾਂ ਦੀ ਕੋਈ ਤਾਰੀਫ ਕਰਦਾ ਫਿਰੇ, ਉਹਨਾਂ 'ਤੇ ਕੋਈ ਨੁਕਤਾਚੀਨੀ ਕਰਦਾ ਫਿਰੇ, ਉਹਨਾਂ ਨੂੰ ਬੁਰਾ ਭਲਾ ਕਹਿੰਦਾ ਫਿਰੇ, ਉਹਨਾਂ ਦੇ ਮਨ 'ਤੇ ਕੋਈ ਅਸਰ ਨਹੀਂ ਹੁੰਦਾ। ਆਤਮਿਕ ਤੌਰ 'ਤੇ ਉਹ ਸਥਿਰ ਰਹਿੰਦੇ ਨੇ। ਆਪ ਮਿਲਾਇਨ ਸੇ ਮਿਲੇ, ਗੁਰ ਸ਼ਬਦ ਵਿਚਾਰ। ਸੋ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਕਿ ਗੁਰੂ ਸਾਹਿਬ ਜਗਤ ਦਾ ਸੱਚ ਜ਼ਰੂਰ ਬਿਆਨ ਕਰਦੇ ਨੇ ਕਿ ਜਗਤ ਮਾਇਆ ਦੇ ਮੋਹ 'ਚ ਫਸਿਆ ਹੋਇਆ ਹੈ, ਪਰ ਜਗਤ ਨੂੰ ਇੱਥੇ ਕਸੂਰਵਾਰ ਨਹੀਂ ਠਹਿਰਾਉਂਦੇ। ਤੇ ਇਹ ਪੰਕਤੀ ਉਸ ਗੱਲ ਦਾ ਸਬੂਤ ਹੈ। ਕਹਿੰਦੇ ਆਪ ਮਿਲਾਇਨ ਸੇ ਮਿਲੇ, ਗੁਰ ਸ਼ਬਦ ਵਿਚਾਰ। ਜਿਨ੍ਹਾਂ ਨੂੰ ਪਰਮਾਤਮਾ ਨੇ ਆਪ ਆਪਣੇ ਚਰਨਾਂ ਵਿੱਚ ਜੋੜ ਲਿਆ, ਉਹ ਗੁਰੂ ਦੇ ਸ਼ਬਦ ਦੇ ਰਾਹੀਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਕੇ ਪ੍ਰਭੂ ਚਰਨਾਂ ਵਿੱਚ ਲੀਨ ਹੋ ਗਏ, ਜਿਨ੍ਹਾਂ ਨੂੰ ਪਰਮਾਤਮਾ ਨੇ ਆਪ ਆਪਣੇ ਚਰਨਾਂ 'ਚ ਜੋੜਿਆ। ਤੇ ਜਿਨ੍ਹਾਂ ਨੂੰ ਨਹੀਂ ਜੋੜਿਆ, ਉਹ ਮਾਇਆ ਦੇ ਮੋਹ 'ਚ ਫਸੇ ਰਹਿੰਦੇ ਨੇ। ਨਾਨਕ ਨਾਮ ਸਮਾਣੇ ਮੁਖ ਉਜਲੇ, ਤਿਤ ਸੱਚਾ ਦਰਬਾਰ। ਹੇ ਨਾਨਕ, ਜਿਹੜੇ ਮਨੁੱਖ ਹਰੀ ਨਾਮ ਵਿੱਚ ਰਹਿੰਦੇ ਹਨ, ਉਹ ਸਦਾ ਸਥਿਰ ਪਰਮਾਤਮਾ ਦੇ ਦਰਬਾਰ ਵਿੱਚ ਸੁਰਖਰੂ ਹੋ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 430ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦਾ ਬਾਕੀ ਦਾ ਹਿੱਸਾ ਵੀਡੀਓ ਦੇ ਦੂਸਰੇ ਭਾਗ ਵਿੱਚ ਪੇਸ਼ ਕਰਦੇ ਹਾਂ।